ਕਲ ਜਰਾਸੀਮ ਬੈਕਟੀਰੀਆ ਵਾਇਰਸ ਉਹ ਆਣਗੇ ਤੇ ਕਿਤੇ ਇਹ ਨਾ ਹੋਏ ਤੁਹਾਡੇ ਜਿਸਮ ਨੂੰ ਨੁਕਸਾਨ ਪਹੁੰਚਾ ਕੇ ਨਿਕਲ ਜਾਣ। ਅੱਛਾ ਮੈਂ ਤੁਹਾਨੂੰ ਇਹਦੀ ਛੋਟੀ ਜਿਹੀ ਮਿਸਾਲ ਹੈ ਦੱਸਣਾ ਵਾ। ਜਵਾਨ ਬੰਦਾ ਹੈ ਨਾ ਉਹ ਬਚਿਆ ਹੁੰਦਾ ਹੈ ਸਮੋਕ ਤੋਂ, ਉਹਨੂੰ ਇੰਨਾ ਕੁਛ ਨਹੀਂ ਹੁੰਦਾ। ਬੁੱਢਾ ਬੰਦਾ ਫੜਿਆ ਜਾਂਦਾ। ਉਹਦੀ ਰੀਜ਼ਨ ਕੀ ਹੈ? ਜਵਾਨ ਦੇ ਵਿੱਚ ਕੁਵਤ ਮੁਦਾਫਤ ਜ਼ਿਆਦਾ ਹੈ। ਐਗਜ਼ੈਕਟਲੀ, ਉਹਦਾ ਇਮਿਊਨ ਸਿਸਟਮ ਸਟਰੋਂਗ ਹੈ। ਲੇਕਿਨ ਉਹਦੇ ਮੁਕਾਬਲੇ ਤੇ ਬੁੱਢਾ ਬੰਦਾ ਉਹਦਾ ਕੁਵਤ ਮੁਦਾਫਤ ਇੰਨਾ ਤਗੜਾ ਨਹੀਂ ਹੈ, ਬੱਚਿਆਂ ਦਾ ਵੀ ਇੰਨਾ ਨਹੀਂ ਹੁੰਦਾ। ਅਸਲ ਚੀਜ਼ ਜਿਹੜੀ ਇਹਦੇ ਚ ਪੱਕੇ ਕਰਨ ਵਾਲੀ ਨਾ ਉਹ ਕੁਵਤ ਮੁਦਾਫਤ ਹੈ। ਜਿਹੜੇ ਬੰਦੇ ਆਪਣੀ ਵਾਕ ਵਰਜ਼ਿਸ਼ ਜਿਮ ਬੁਢਾਪੇ ਦੇ ਵਿੱਚ ਵੀ ਕਰਦੇ ਨੇ, ਤਗੜੇ ਨੇ, ਜਿਨ੍ਹਾਂ ਦੀ ਲੁਕਸ ਤੁਸੀਂ ਵੇਖ ਕੇ ਕਹਿ ਸਕਦੇ ਕਿ ਯਾਰ ਇਹ ਤਾਂ 60-70 ਸਾਲ ਦੇ ਚਾਚਾ ਜੀ ਵੀ ਜਿਮ ਵਿੱਚ ਜਾਂਦੇ ਨੇ। ਵਾਕ ਦੀ ਗੱਲ ਕੀਤੀ ਹੈ 10000 ਸਟੈਪ ਜਿਹੜੇ ਡੇਲੀ ਹੁੰਦੇ ਨੇ, ਇਹ ਕਰਾਮਤ ਹੈ ਨੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਲਈ। ਦੇਖੋ ਇਮਿਊਨ ਸਿਸਟਮ ਦੇ ਵਿੱਚ ਨਾ 4-5 ਚੀਜ਼ਾਂ ਆਉਂਦੀਆਂ ਨੇ, ਬਲਕਿ 5 ਚੀਜ਼ਾਂ ਨੇ ਤਾਂ ਬਹੁਤ ਜ਼ਬਰਦਸਤ, ਬਹੁਤ ਤਗੜੀਆਂ ਨੇ। ਸਭ ਤੋਂ ਪਹਿਲੇ ਹੈ ਕਿ ਰਾਤ ਦੀ ਨੀਂਦ। ਜਿਸ ਬੰਦੇ ਨੇ ਸੋਣਾ ਨਹੀਂ ਨਾ, ਉਹਦੀ ਕੁਵਤ ਮੁਦਾਫਤ ਕਦੀ ਠੀਕ ਨਹੀਂ ਹੋ ਸਕਦੀ। ਉਹ ਦੁਨੀਆ ਦੇ ਜਿਸ ਮਰਜ਼ੀ ਤਖਤੇ ਤੇ ਚਲਾ ਜਾਏ, ਭਾਵੇਂ ਜਾ ਕੇ ਅਮਰੀਕਾ ਤੋਂ ਆਪਣਾ ਇਲਾਜ ਕਰਾ, ਸਰ ਉਹ ਜੋ ਮਰਜ਼ੀ ਖਾਂਦਾ ਰਹੇ, ਜਿਹਨੇ ਰਾਤ ਜਾਗਣੀ ਹੈ ਉਹ ਫਿਰ ਬਸ ਦਿਨੇ ਵੀ ਭਾਵੇਂ ਜਾਗੇ ਭਾਵੇਂ ਨਾ ਜਾਗੇ। ਕਿਉਂਕਿ ਰਾਤ ਦੇ ਵਿੱਚ ਐਸੇ ਹਾਰਮੋਨ ਖਾਰਜ ਹੁੰਦੇ ਨੇ ਜਿਹੜੇ ਨੈਚੁਰਲੀ ਮਲਟੀ ਵਿਟਾਮਿਨ ਨਾਲੋਂ ਵੀ ਜ਼ਿਆਦਾ ਤਾਕਤਵਰ ਹੁੰਦੇ ਨੇ, ਔਰ ਉਹ ਤੁਹਾਡੀ ਬੋਡੀ ਨੂੰ ਸਟਰੋਂਗ ਕਰਦੇ ਨੇ। ਉਹ ਤੁਸੀਂ ਜਦੋਂ ਸੋ ਜਾਂਦੇ ਜੇ ਨਾ, ਸਾਰੀ ਸੋਜ਼ਸ਼ ਅੱਧੀ ਸਾਰੇ ਦਿਨ ਦੀ ਤੇ ਵੈਸੇ ਹੀ ਖਤਮ ਹੋ ਜਾਂਦੀ। ਉਹ ਤੁਸੀਂ ਜਿੰਨੀਆਂ ਮਰਜ਼ੀ ਦਵਾਈਆਂ ਲੈ ਲਓ, ਉਹ ਤੁਹਾਡੀ ਸੋਜ਼ਸ਼ ਠੀਕ ਨਹੀਂ ਹੋ ਸਕਦੀ। ਤੇ ਰਾਤ ਦੀ ਨੀਂਦ ਸਭ ਤੋਂ ਵੱਡੀ ਦਵਾਈ ਹੈ। ਕੁਵਤ ਮੁਦਾਫਤ ਠੀਕ ਕਰਨੀ ਹੈ ਤੇ ਇਹ ਠੀਕ ਕਰਨੀ ਹੈ, ਨੀਂਦਰ ਪੂਰੀ ਕਰਨੀ ਹੈ। ਜਿਸ ਬੰਦੇ ਦੀ ਨੀਂਦ ਨਹੀਂ ਨਾ ਪੂਰੀ, ਉਹ ਬਿਮਾਰੀਆਂ ਦਾ ਘਰ ਬਣ ਜਾਏਗਾ, ਟੈਨਸ਼ਨ ਦੀ ਦੁਕਾਨ ਬਣ ਜਾਏਗਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਜਿਸ ਬੰਦੇ ਨੇ ਸਾਰੀ ਰਾਤ ਮੋਬਾਈਲ ਵੇਖਦਾ ਰਹਿਣਾ ਹੈ, ਉਹਦਾ ਕੀ ਇਲਾਜ ਕਰਨਾ ਹੈ? ਉਹਦਾ ਇਲਾਜ ਹੋਣਾ ਹੀ ਨਹੀਂ। ਉਹ ਫਿਰ ਜਿਹੜੀ ਵੀ ਵਬਾ ਆਏਗੀ ਨਾ, ਸਭ ਤੋਂ ਪਹਿਲੇ ਉਹਨੂੰ ਫੜੇਗੀ। ਉਹ ਸਮੋਕ ਹੋਏ, ਜ਼ਿਆਦਾ ਸਰਦੀ ਹੋਏ, ਜ਼ਿਆਦਾ ਗਰਮੀ ਹੋਏ, ਬਾਰਿਸ਼ ਹੋਏ, ਇਹ ਤਾਂ ਸਾਰਾ ਸਾਲ ਚੱਲਦੇ ਰਹਿਣੀਆਂ ਨੇ ਚੀਜ਼ਾਂ। ਤੁਸੀਂ ਆਪਣੇ ਆਪ ਨੂੰ ਕੀ ਤਿਆਰ ਕੀਤਾ? ਤੁਸੀਂ ਸਭ ਤੋਂ ਪਹਿਲੇ ਆਪਣੀ ਨੀਂਦ ਠੀਕ ਕਰੋ। ਅਗਰ ਤੁਸੀਂ ਨੀਂਦ ਠੀਕ ਕਰ ਲਈ ਨਾ, ਕੁਵਤ ਮੁਦਾਫਤ ਠੀਕ ਹੋਣ ਦਾ ਪਹਿਲਾ ਤੇ ਬੇਸਿਕ ਸਟੈਪ ਪੂਰਾ ਹੋ ਜਾਏਗਾ। ਰਾਤ ਦੀ ਨੀਂਦ 7-8 ਘੰਟੇ ਤੁਹਾਡੀ ਬਹੁਤ ਜ਼ਰੂਰੀ ਹੈ। ਔਰ ਰਾਤ ਦੀ ਨੀਂਦ ਦਾ ਮਤਲਬ ਹੈ 10 ਵਜੇ ਤੋਂ ਲੈ ਕੇ 5, 10 ਤੋਂ 5 ਪੂਰੇ ਸਾਲ ਦੇ ਵਿੱਚ ਰਾਤ ਦੀ ਨੀਂਦ ਦਾ ਮਤਲਬ 10 ਤੋਂ 5 ਹੀ, ਅੱਧਾ ਘੰਟਾ ਉੱਤੇ ਥੱਲੇ ਹੋ ਸਕਦਾ ਹੈ ਉਹ ਗਰਮੀ ਸਰਦੀ ਦੇ ਲਿਹਾਜ਼ ਨਾਲ। 4 ਵਜੇ ਸੋ ਰਹੇ ਹੋ, 12 ਵਜੇ ਉੱਠ ਰਹੇ ਹੋ, 8 ਘੰਟੇ ਡਾਕਟਰ ਸਾਹਿਬ ਉਹ ਤੁਹਾਡੀ ਨਹੀਂ ਰਾਤ ਦੀ ਨੀਂਦ 10 ਤੋਂ 5 ਪਹਿਲਾ ਸਭ ਤੋਂ ਜ਼ਰੂਰੀ ਕੰਮ। ਦੂਸਰੇ ਨੰਬਰ ਤੇ ਸਵੇਰ ਉੱਠ ਕੇ ਤੁਸੀਂ ਆਪਣੀ ਸੈਰ ਜ਼ਰੂਰ ਕਰਨੀ ਹੈ, ਵਾਕ ਜ਼ਰੂਰ ਕਰਨੀ ਹੈ। ਦੇਖੋ ਫਰੈਸ਼ ਏਅਰ ਹੈ, ਆਕਸੀਜਨ ਹੈ, ਤੁਹਾਡੇ ਫੇਫੜਿਆਂ ਨੂੰ ਤਾਜ਼ਾ ਹਵਾ ਮਿਲਣੀ ਹੈ, ਤੁਹਾਡੀ ਇਮਿਊਨਿਟੀ ਬਣਨਾ ਸ਼ੁਰੂ ਹੋ ਜਾਣੀ ਹੈ। ਸਵੇਰ ਸੂਰਜ ਦੀਆਂ ਕਿਰਨਾਂ ਬਹੁਤ ਜ਼ਬਰਦਸਤ ਹੁੰਦੀਆਂ ਨੇ ਪਹਿਲੇ ਘੰਟੇ ਦੇ ਵਿੱਚ, ਉਹ ਵੀ ਕੁਵਤ ਮੁਦਾਫਤ, ਵਿਟਾਮਿਨ ਡੀ ਦਾ ਡਾਇਰੈਕਟ ਸੋਰਸ ਹੈ, ਉਹ ਵੀ ਕੁਵਤ ਮੁਦਾਫਤ ਹੈ। ਔਰ ਤੁਹਾਨੂੰ ਮੈਂ ਮਜ਼ੇ ਦੀ ਗੱਲ ਦੱਸਾਂ, ਸਾਡਾ ਖੁਸ਼ ਰਹਿਣ ਵਾਲਾ ਜਿਹੜਾ ਹਾਰਮੋਨ ਹੈ ਨਾ, ਉਹਨੂੰ ਕਹਿੰਦੇ ਨੇ ਸੈਰੋਟੋਨਿਨ। ਇਹ ਹਾਰਮੋਨ ਨੇ ਫੈਸਲਾ ਕਰਨਾ ਹੈ ਕਿ ਇਹ ਬੰਦਾ ਕਿੰਨਾ ਖੁਸ਼ ਹੈ। ਇਹ ਜਵਾਦ ਸਾਹਿਬ ਅੱਜ ਹੱਸਦੇ ਪਏ ਨੇ, ਇਹਨਾਂ ਦਾ ਸੈਰੋਟੋਨਿਨ ਲੈਵਲ ਅੰਦਰ ਦੱਸੇਗਾ ਕਿ ਇਸ ਗੱਲ ਤੋਂ ਕਿੰਨਾ ਹੱਸ ਰਹੇ ਨੇ। ਮੇਰਾ ਸੈਰੋਟੋਨਿਨ ਲੈਵਲ ਘਟਿਆ ਅੱਜ ਕੱਲ੍ਹ। ਇਹ ਸੈਰੋਟੋਨਿਨ ਲੈਵਲ ਜਿਹੜਾ ਨਾ, ਇਹ ਸਨਲਾਈਟ ਦੇ ਨਾਲ ਬਹੁਤ ਵੱਧਦਾ ਹੈ। ਜਿਸ ਬੰਦੇ ਨੇ ਸਵੇਰ ਉੱਠ ਕੇ ਸੈਰ ਕਰਨੀ ਹੈ, ਸੂਰਜ ਦੀਆਂ ਪਹਿਲੀਆਂ ਕਿਰਨਾਂ ਦਾ ਉਹਦਾ ਸਾਹਮਣਾ ਹੋਣਾ ਹੈ, ਸਾਰਾ ਦਿਨ ਖੁਸ਼ ਰਹਿਣਾ। ਲੇਕਿਨ ਡਾਕਟਰ ਸਾਹਿਬ ਹੁਣ ਜਿਵੇਂ ਅੱਜ ਸਮੌਗ ਦੇ ਦਿਨ ਨੇ, ਇਹਨਾਂ ਵਿੱਚ ਕੁਝ ਲੋਕ ਬਾਹਰ ਨਿਕਲ ਕੇ ਸੈਰ ਕਰਨ ਤੋਂ ਜਿਹੜਾ ਨਾ ਉਹ ਡਰਦੇ ਵੀ ਨਹੀਂ ਉਹ ਤੇ ਦੇਖੋ ਇਹ ਤੇ ਹੁਣ ਕੁਝ ਦਿਨਾਂ ਵਾਸਤੇ ਹੈ ਨਾ, 15-20 ਦਿਨ ਵਾਸਤੇ। ਅਸੀਂ ਗੱਲ ਕਰਨੇ ਪਏ ਕਿ ਲੌਂਗ ਟਰਮ ਕਿ ਇਹ ਜਦੋਂ 15-20 ਦਿਨ ਆਉਣ ਤੇ ਤੁਹਾਨੂੰ ਮੁਤਾਸਰ ਕਰਕੇ ਨਾ ਜਾਣ, ਇਹਦੇ ਵਾਸਤੇ ਤੁਸੀਂ ਸਾਰਾ ਸਾਲ ਤਿਆਰੀ ਕਰਕੇ ਛੱਡੋ। ਵੈਸੇ ਕੁਝ ਲੋਕ ਇਹ ਸਵਾਲ ਪੁੱਛਦੇ ਨੇ ਕਿ ਸਮੌਗ ਦੇ ਦਿਨਾਂ ਵਿੱਚ ਸੈਰ ਨਹੀਂ ਨਿਕਲਣੀ ਚਾਹੀਦੀ, ਸਵੇਰ ਦੇ ਟਾਈਮ ਨਾਲ ਨਿਕਲੋ। ਮੈਂ ਉਹਨਾਂ ਨੂੰ ਇਹ ਮਸ਼ਵਰਾ ਦੇਣਾ ਕਿ ਤੁਸੀਂ ਦੁਪਹਿਰ ਦੇ ਟਾਈਮ ਕਰ ਲਓ, ਕਿਉਂਕਿ ਉਸ ਟਾਈਮ ਸਮੋਕ ਬਹੁਤ ਘੱਟ ਹੁੰਦੀ ਹੈ ਤੇ ਆਲਰੇਡੀ ਧੁੱਪ ਵੀ ਹੁੰਦੀ ਹੈ, ਤੇ ਜ਼ੋਰ ਤੋਂ ਬਾਅਦ ਤੁਸੀਂ ਅਗਰ ਤੁਹਾਡੇ ਕੋਲ ਚਾਂਸ ਹੈ 1:30-2 ਵਜੇ, ਤੇ ਉਸ ਟਾਈਮ ਧੁੱਪ ਵੀ ਅੱਛੀ ਹੁੰਦੀ ਹੈ, ਟਾਈਮ ਅਗਰ ਹੈ ਉਸ ਟਾਈਮ ਦਾ, ਤੇ ਤੁਸੀਂ ਉਸ ਟਾਈਮ ਕਰ ਲਓ, ਤੇ ਸਭ ਤੋਂ ਬਿਹਤਰੀਨ ਹੈ। ਸਮੋਕ ਵੀ ਕੁਝ ਨਹੀਂ ਹੁੰਦੀ ਉਸ ਟਾਈਮ ਤੇ। ਠੀਕ ਹੈ, ਤੇ ਇਹ 2